BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਕਿਤਾਬ ਆਧੁਨਿਕ ਪੰਜਾਬੀ ਕਵਿਤਾ ਔਰ ਆਧੁਨਿਕ ਪੰਜਾਬੀ ਕਵਿਤਾ ਵਿੱਚ ਪੇਸ਼ ਹੋਏ ਕਵੀ ਨਵਤੇਜ ਭਾਰਤੀ, ਇਹਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਨਵਤੇਜ ਭਾਰਤੀ ਦਾ ਜੀਵਨ ਵੇਰਵਾ, ਨਵਤੇਜ ਭਾਰਤੀ ਦੀ ਪੰਜਾਬੀ ਕਵਿਤਾ ਨੂੰ ਦੇਣ, ਨਵਤੇਜ ਭਾਰਤੀ ਦੀਆਂ ਜਿਹੜੀਆਂ 2 ਕਵਿਤਾਵਾਂ ਤੁਹਾਡੇ ਸਿਲੇਬਸ ਦੇ ਵਿੱਚ ਤੁਹਾਡੀ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ, ਉਹਨਾਂ ਦੇ ਸਰਲ ਅਰਥ ਕਰਾਂਗੇ ਆਪਾਂ। ਨਵਤੇਜ ਭਾਰਤੀ ਆਧੁਨਿਕ ਪੰਜਾਬੀ ਕਵਿਤਾ ਦਾ ਇੱਕ ਅਜਿਹਾ ਸ਼ਾਇਰ ਹੈ ਜਿਹੜਾ ਪ੍ਰਵਾਸ ਦੇ ਵਿੱਚ ਜਾ ਕੇ, ਫੋਰਨ ਦੇ ਵਿੱਚ ਜਾ ਕੇ, ਬਾਹਰਲੇ ਦੇਸ਼ ਵਿੱਚ ਜਾ ਕੇ ਆਪਣੀ ਕਾਵਿ ਸਿਰਜਣਾ ਕਰਦਾ ਹੈ। ਪ੍ਰਵਾਸੀ ਪੰਜਾਬੀ ਕਵੀ ਹੋਣ ਦਾ ਮਾਣ ਹੈ ਇਹਨੂੰ। ਪ੍ਰਵਾਸੀ ਪੰਜਾਬੀ ਕਵੀ ਕੀ ਹੈ ਕਿ ਜਦੋਂ ਕੋਈ ਵੀ ਪੰਜਾਬੀ ਲੇਖਕ ਭਾਰਤ ਤੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ ਦੇ ਵਿੱਚ ਸੈਟਲ ਹੋ ਜਾਂਦਾ ਹੈ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਕੋਈ ਵੀ ਦੇਸ਼ ਹੋ ਸਕਦਾ, ਉਹਨਾਂ ਦੇ ਵਿੱਚ ਜਾ ਕੇ ਆਪਣੇ ਰੁਜ਼ਗਾਰ ਦੀ ਭਾਲ ਦੇ ਵਿੱਚ ਉੱਥੇ ਹੀ ਜਾ ਕੇ ਰਹਿਣ ਲੱਗ ਜਾਂਦਾ ਹੈ, ਉਹ ਪ੍ਰਵਾਸੀ ਹੋ ਜਾਂਦਾ ਹੈ। ਔਰ ਜੇਕਰ ਪ੍ਰਵਾਸ ਦੇ ਦੌਰਾਨ ਉਹ ਸਾਹਿਤ ਸਿਰਜਣਾ ਵੀ ਕਰਦਾ ਹੈ ਤਾਂ ਉਹ ਪ੍ਰਵਾਸੀ ਕਵੀ ਜਾਂ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਨਵਤੇਜ ਭਾਰਤੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਨਵਤੇਜ ਭਾਰਤੀ ਦਾ ਜਿਹੜਾ ਪਿਛਲਾ ਪਿੰਡ ਆ ਉਹ ਜ਼ਿਲ੍ਹਾ ਮੋਗਾ ਦੇ ਵਿੱਚ ਮਸ਼ਹੂਰ ਪਿੰਡ ਹੈ ਰੋਡੇ, ਉੱਥੋਂ ਦਾ ਵਸਨੀਕ ਹੈ ਇਹ। ਔਰ ਉੱਥੇ 1966 ਦੇ ਵਿੱਚ ਉਹ ਕੈਨੇਡਾ ਦੇ ਵਿੱਚ ਚਲੇ ਜਾਂਦਾ ਹੈ। 1966 ਬਹੁਤ ਟਾਈਮ ਪਹਿਲਾਂ ਦੀਆਂ ਗੱਲਾਂ ਇਹ। 1966 ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਔਰ ਜਦੋਂ ਪੰਜਾਬ ਨਵਾਂ ਪੰਜਾਬ ਹੋਣ ਦੇ ਵਿੱਚ ਆਇਆ ਸੀ, ਹਰਿਆਣਾ ਤੇ ਹਿਮਾਚਲ ਨੂੰ ਵੱਖਰਾ ਕਰ ਲਿਆ ਗਿਆ ਸੀ, ਉਹ ਸਾਲ ਦੀ ਗੱਲ ਹੈ ਇਹ, 1966 ਦੀ ਗੱਲ ਹੈ ਇਹ। ਉਸ ਸਮੇਂ ਇਹ ਜਾ ਕੇ ਇੱਥੋਂ ਪੰਜਾਬ ਛੱਡ ਕੇ ਕੈਨੇਡਾ ਦੇ ਵਿੱਚ ਸੈਟਲ ਹੋ ਜਾਂਦਾ ਹੈ, ਕੈਨੇਡਾ ਦੇ ਵਿੱਚ ਜਾ ਕੇ ਵਸ ਜਾਂਦਾ ਹੈ। ਇਹਦਾ ਭਰਾ ਵੀ ਇੱਕ ਲੇਖਕ ਦੇ ਤੌਰ ਤੇ ਅਜਮੇਰ ਰੋਡੇ, ਉਹਦੀ ਆਪਾਂ ਉਹ ਵੀ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਹੈ, ਉਹਦੀ ਜਦੋਂ ਆਪਾਂ ਗੱਲ ਕਰਾਂਗੇ ਉਦੋਂ ਵੀ ਜ਼ਿਕਰ ਹੋਊਗਾ ਇਹਨਾਂ ਦਾ। ਨਵਤੇਜ ਭਾਰਤੀ ਤੇ ਅਜਮੇਰ ਰੋਡੇ 2 ਪੰਜਾਬੀ ਕਵੀ ਹੈ ਜਿਹੜੇ ਕਿ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋ ਗਏ ਤੇ ਲਗਾਤਾਰ ਉਹ ਪੰਜਾਬੀ ਸਾਹਿਤ ਦੇ ਵਿੱਚ ਆਪਣੀਆਂ ਰਚਨਾਵਾਂ ਲਿਖਦੇ ਰਹੇ। ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਦੇਖਿਆ ਕਿ ਜਿਹੜਾ ਜੀਵਨ ਦਾ ਪੱਧਰ ਹੈ ਪੱਛਮ ਦਾ ਤੇ ਭਾਰਤ ਦਾ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਭਾਰਤ ਦੀ ਸਥਿਤੀਆਂ ਔਰ ਜਦੋਂ ਪੰਜਾਬ ਨੂੰ ਛੱਡਿਆ ਸੀ ਇਹਨਾਂ ਨੇ, ਉਸ ਸਮੇਂ ਦੀਆਂ ਸਥਿਤੀਆਂ ਤੇ ਪੱਛਮ ਦੇ ਦੇਸ਼ਾਂ ਦੀਆਂ ਸਥਿਤੀਆਂ ਦੇ ਵਿੱਚ ਕਾਫੀ ਅੰਤਰ ਹੈ। ਰਹਿਣ ਸਹਿਣ ਦੇ ਵਿੱਚ, ਉੱਥੋਂ ਦੇ ਸਮਾਜ ਦੇ ਵਿੱਚ, ਉੱਥੋਂ ਦੇ ਕਲਚਰ ਦੇ ਵਿੱਚ, ਉੱਥੋਂ ਦੇ ਸੱਭਿਆਚਾਰ ਦੇ ਵਿੱਚ ਤੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜ਼ਮੀਨ ਅਸਮਾਨ ਦੇ ਇਸ ਫਰਕ ਦੇ ਵਿੱਚ ਕੁਝ ਚੀਜ਼ਾਂ ਮਹਿਸੂਸ ਕਰਦੇ ਹੈਗੇ ਕਵੀ, ਔਰ ਇਹ ਜਿਹੜੇ ਮਹਿਸੂਸ ਕਰਦੇ ਹੈਗੇ ਇਹਨਾਂ ਦੇ ਵਿੱਚੋਂ ਜਿਹੜੇ ਸਾਡੇ ਆਪਸੀ ਰਿਸ਼ਤੇ ਹੈ ਉਹਨਾਂ ਦੀ ਬੁਨਿਆਦ ਕੀ ਹੈ, ਉਹ ਕਿਸ ਢੰਗ ਨਾਲ ਬਦਲ ਰਹੇ ਆ ਉੱਥੇ ਜਾ ਕੇ, ਜਾਂ ਜਿਹੜਾ ਪੰਜਾਬੀ ਨੌਜਵਾਨ ਹੈ ਜਾਂ ਪੰਜਾਬੀ ਲੋਕ ਹੈ ਇੱਥੋਂ ਜਾ ਕੇ ਉੱਥੇ ਇੱਕ ਲੇਖਕ ਦੇ ਤੌਰ ਤੇ ਸਥਾਪਿਤ ਹੋ ਜਾਂਦੇ ਆ, ਇੱਕ ਇਨਸਾਨ ਦੇ ਤੌਰ ਤੇ ਸਥਾਪਿਤ ਹੋ ਜਾਂਦੇ ਆ। ਲੇਖਕ ਤੇ ਇਨਸਾਨ ਦੇ ਵਿੱਚ ਇਸ ਕਰਕੇ ਮੈਂ ਅੰਤਰ ਕਰ ਰਿਹਾ ਕਿਉਂਕਿ ਲੇਖਕ ਬੌਧਿਕ ਮਨੁੱਖ ਹੁੰਦਾ ਹੈ ਜਿਹੜਾ ਕਿ ਆਪਣੀਆਂ ਭਾਵਨਾਵਾਂ ਨੂੰ ਆਮ ਲੋਕਾਂ ਦੇ ਅੱਗੇ ਪੇਸ਼ ਕਰਦਾ ਹੈ। ਆਪਣੀਆਂ ਭਾਵਨਾਵਾਂ ਜਿਹੜੀਆਂ ਕਿ ਸਮਾਜ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸੰਬੰਧਿਤ ਹੁੰਦੀਆਂ। ਸਮਾਜ ਦੇ ਵਿੱਚ ਬਹੁਤ ਕੁਝ ਵਾਪਰਦਾ ਔਰ ਉਸ ਨੂੰ ਜਦੋਂ ਸਾਹਿਤ ਦਾ ਰੂਪ ਦਿੰਦਾ ਹੈ ਤਾਂ ਉਹ ਸਾਹਿਤਕਾਰ ਆਮ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹਨਾਂ ਦੀ ਤਰਜਮਾਨੀ ਕਰਨ ਲੱਗਦਾ ਹੈ। ਆਮ ਲੋਕ ਜਦੋਂ ਪੜ੍ਹਦੇ ਹੈਗੇ ਤਾਂ ਉਹਨਾਂ ਨੂੰ ਲੱਗਦਾ ਕਿ ਜਿਵੇਂ ਸਾਡੇ ਹੀ ਗੱਲ ਕਰ ਰਹੇ ਹੋਣ। ਹੁਣ ਆਪਾਂ ਥੋੜ੍ਹੀ ਬਹੁਤੀ ਇਹਨਾਂ ਦੇ ਜੀਵਨ ਵੇਰਵਾ ਜਿਹੜਾ ਕਿ ਕਿਤਾਬ ਦੇ ਵਿੱਚ ਸ਼ਾਮਲ ਕੀਤਾ ਉਹ ਦੇਖੀਏ ਕਿਸ ਤਰ੍ਹਾਂ ਇਹਨਾਂ ਬਾਰੇ ਦੱਸ ਰਹੇ ਆ। ਨਵਤੇਜ ਭਾਰਤੀ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰੌੜ ਕਵੀ ਹੈ। ਪ੍ਰੌੜ ਕਵੀ ਕਾਫੀ ਸਥਾਪਿਤ ਕਵੀ ਹੈਗਾ ਉਹ। ਉਸ ਦੀ ਕਵਿਤਾ ਦਾਰਸ਼ਨਿਕ ਸੁਭਾਅ ਵਾਲੀ ਹੈ। ਜ਼ਿੰਦਗੀ ਤੇਰੀ ਬੇਲ ਭਰੀ ਰਹੇ ਨਵਤੇਜ ਭਾਰਤੀ ਦੀਆਂ ਕਵਿਤਾਵਾਂ ਦਾ ਮੁੱਖ ਥੀਮ ਹੈ। ਜ਼ਿੰਦਗੀ ਤੇਰੀ ਬੇਲ ਭਰੀ ਰਹੇ, ਪੋਜ਼ਿਟਿਵ ਅਗਾਂਹ ਵਧੂ ਸੋਚ। ਲੀਲਾ ਪੁਸਤਕ ਵਿੱਚ ਨਵਤੇਜ ਭਾਰਤੀ ਅਤੇ ਉਸਦੇ ਭਰਾ ਨਾਲ ਸਾਂਝੇ ਤੌਰ ਤੇ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਇੱਕ ਦੋਨਾਂ ਭਰਾਵਾਂ ਨੇ ਇਕੱਠੇ ਇੱਕ ਕਾਵਿ ਪੁਸਤਕ ਲਿਖੀ ਹੈ, ਉਸਦਾ ਨਾਂ ਸੀ ਲੀਲਾ। ਲੀਲਾ ਇੱਕ ਵੱਡੇ ਆਕਾਰੀ ਪੁਸਤਕ ਹੈ, ਵੱਡੇ ਆਕਾਰ ਦੀ ਕਿਤਾਬ ਹੈ ਜਿਸ ਦੀ ਕਾਵਿ ਭਾਸ਼ਾ ਅਤੇ ਵਿਸ਼ੇ ਪੰਜਾਬੀ ਕਵਿਤਾ ਦੀ ਵੱਡੀ ਪ੍ਰਾਪਤੀ ਹਨ। ਪਹਿਲੀ ਵਾਰੀ ਇਸ ਤਰ੍ਹਾਂ ਦੀ ਇੱਕ ਨਵੀਂ ਗੱਲ ਕੀਤੀ ਹੈ ਪੰਜਾਬੀ ਕਵਿਤਾ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ, ਜਿਹੜੀ ਕਾਵਿ ਲੀਲਾ ਪਾਠ ਪੁਸਤਕ ਦੇ ਵਿੱਚ, ਲੀਲਾ ਕਾਵਿ ਸੰਗ੍ਰਹਿ ਦੇ ਵਿੱਚ ਇਹਨਾਂ ਨੇ ਕੀਤੀ ਹੈ। ਨਵਤੇਜ ਭਾਰਤੀ ਦਾ ਜਨਮ ਪਿੰਡ ਰੋਡੇ ਵਿਖੇ ਹੋਇਆ।
ਨਵਤੇਜ ਭਾਰਤੀ ਪ੍ਰਵਾਸੀ ਪੰਜਾਬੀ ਕਵਿਤਾ ਵਿੱਚੋਂ ਸਭ ਤੋਂ ਵੱਧ ਜਾਣਿਆ ਪਹਿਚਾਨਿਆ ਨਾਂ ਹੈ। ਭਾਰਤੀ ਦੀਆਂ ਪੁਸਤਕਾਂ ਅੰਗਰੇਜ਼ੀ ਅਤੇ ਪੰਜਾਬੀ ਦੋਨੋਂ ਜ਼ਬਾਨਾਂ ਵਿੱਚ ਛਪੀਆਂ। ਦੋ ਭਾਸ਼ਾਵਾਂ ਦੇ ਵਿੱਚ, ਭਾਰਤ ਦੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਅਤੇ ਪੱਛਮ ਦੇ ਵਿੱਚ ਬੋਲੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ, ਦੋਨਾਂ ਦੇ ਵਿੱਚ ਛਪੀਆਂ ਇਹਨਾਂ ਦੀਆਂ ਕਿਤਾਬਾਂ। 1966 ਈਸਵੀ ਵਿੱਚ ਉਹ ਪੰਜਾਬ ਛੱਡ ਕੇ ਕੈਨੇਡਾ ਦੀ ਧਰਤੀ ਤੇ ਜਾ ਵਸਿਆ। ਅੱਜ ਕੱਲ੍ਹ ਉਹ ਲੰਦਨ ਵਿੱਚ ਰਹਿ ਰਿਹਾ। ਹੁਣ ਕੈਨੇਡਾ ਛੱਡ ਕੇ ਵਾਪਸ ਇੰਗਲੈਂਡ ਦੇ ਵਿੱਚ ਜਾ ਕੇ ਲੰਦਨ ਸ਼ਹਿਰ ਦੇ ਵਿੱਚ ਰਹਿ ਰਿਹਾ। ਉਸ ਦੀ ਪਤਨੀ ਦਾ ਨਾਂ ਸੁਰਿੰਦਰ ਕੌਰ ਹੈ। ਨਵਤੇਜ ਭਾਰਤੀ ਦੇ ਪੁੱਤਰ ਦਾ ਨਾਂ ਸੁਬੋਧ ਅਤੇ ਧੀ ਸਮੀਤ ਹੈ। ਭਾਰਤੀ ਅਤੇ ਉਸਦੇ ਭਰਾ ਅਜਮੇਰ ਰੋਡੇ ਦੀ ਪੁਸਤਕ ਲੀਲਾ ਦੀ ਪੰਜਾਬੀ ਸਾਹਿਤ ਹਲਕਿਆਂ ਵਿੱਚ ਵਿਸ਼ੇਸ਼ ਚਰਚਾ ਹੋਈ ਹੈ। ਉਸ ਦੀ ਦੂਜੀ ਕਾਵਿ ਪੁਸਤਕ ਲਾਲੀ 1912 ਈਸਵੀ ਵਿੱਚ ਪ੍ਰਕਾਸ਼ਿਤ ਹੋਈ, ਜਿਹੜੀ ਉਸਦੇ ਦੋਸਤ ਪਟਿਆਲਾ ਪੜ੍ਹਾਉਂਦੇ ਪ੍ਰੋਫੈਸਰ ਲਾਲੀ ਦੇ ਹਵਾਲੇ ਨਾਲ ਜੀਵਨ ਦੀਆਂ ਡੂੰਘੀਆਂ ਰਮਜਾਂ ਦਾ ਭੇਦ ਦੱਸਦੀ ਹੈ। ਭਾਰਤੀ ਨੇ 2015 ਵਿੱਚ ਕਾਵਿ ਪੁਸਤਕ ਉੱਥੋਂ ਤੱਕ ਛਪਵਾਈ। ਇਹ ਅਗਲਾ ਕਾਵਿ ਸੰਗ੍ਰਹਿ ਉਹਦਾ। ਇਸ ਪੁਸਤਕ ਵਿੱਚ ਛੋਟੀ ਛੋਟੀਆਂ ਪਿਆਰ ਦੀਆਂ ਨਜ਼ਮਾਂ ਹਨ। ਇਹ ਪਿਆਰ ਪਤੀ ਪਤਨੀ ਦਾ ਹੈ। ਇਹਨਾਂ ਕਵਿਤਾਵਾਂ ਵਿੱਚ ਜ਼ਿੰਦਗੀ ਦੇ ਸਕੂਨ ਦੇ ਛੋਟੇ ਛੋਟੇ ਪਲਾਂ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ 3 ਵਾਰ ਪੁਰਸਕਾਰ ਦਿੱਤੇ ਗਏ, ਅਜੋਕੀ ਪੰਜਾਬੀ ਕਵਿਤਾ ਵਿੱਚ ਨਵਤੇਜ ਨਿਰੰਤਰ ਲਿਖਣ ਵਾਲਾ ਕਵੀ ਹੈ। ਚਾਹ ਤੇ ਪਿਆਰ ਉਹਦੀ ਪਹਿਲੀ ਕਵਿਤਾ ਜਿਹੜੀ ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਪਤੀ ਅਤੇ ਪਤਨੀ ਦੀ ਮੁਹੱਬਤ ਦੀ ਸ਼ਿੱਦਤ, ਜਿਹੜੀ ਪਤੀ ਤੇ ਪਤਨੀ ਦੇ ਵਿਚਕਾਰ ਜਿਹੜੀ ਮੁਹੱਬਤ ਦੀ ਸ਼ਿੱਦਤ ਹੁੰਦੀ ਹੈ, ਸਿਖਰ ਹੁੰਦਾ ਹੈ, ਉਹਦੇ ਅਹਿਸਾਸ ਨੂੰ ਪ੍ਰਗਟਾਇਆ, ਉਹਦੇ ਅਹਿਸਾਸ ਨੂੰ ਪੇਸ਼ ਕੀਤਾ। ਪਤਨੀ ਆਪਣੇ ਲੇਖਕ ਪਤੀ ਦੇ ਹੱਥੋਂ ਕਲਮ ਤੇ ਕਾਗਜ਼ ਫੜ ਕੇ ਉਸਨੂੰ ਕੰਬਲ ਨਾਲ ਢੱਕ ਦਿੰਦੀ ਹੈ ਅਤੇ ਆਰਾਮ ਨਾਲ ਚਾਹ ਪੀਣ ਲਈ ਪ੍ਰੇਰਦੀ ਹੈ। ਇਹ ਕਵਿਤਾ ਪਤੀ ਪਤਨੀ ਦੇ ਪਿਆਰਮਈ ਪਲਾਂ ਨੂੰ ਫੜਨ ਦਾ ਯਤਨ ਕਰਦੀ ਹੈ। ਇਹ ਪਹਿਲੀ ਕਵਿਤਾ ਸੀ ਉਹਦੀ। ਸੈਕੰਡ ਕਵਿਤਾ ਕਿਹੜੀ ਹੈ? ਮਾਵਾਂ ਤੇ ਧੀਆਂ ਰਲ ਬੈਠੀਆਂ। ਇਹ ਵੀ ਬੜੀ ਵਧੀਆ ਸੋਹਣੀ ਕਵਿਤਾ ਹੈਗੀ ਹੈ। ਇਸ ਕਵਿਤਾ ਦਾ ਜਿਹੜਾ ਕੇਂਦਰੀ ਭਾਵ ਹੈਗਾ ਮਾਂ ਅਤੇ ਧੀ ਦਾ ਰਿਸ਼ਤਾ ਹੈ। ਇਹ ਰਿਸ਼ਤੇ ਵਿੱਚ ਸਾਰੇ ਰਾਜ ਸਾਂਝੇ ਹੁੰਦੇ ਹਨ। ਕਵਿਤਾ ਵਿੱਚ ਧੀ ਮਾਂ ਨੂੰ ਯਾਦ ਕਰਕੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੀ ਹੈ। ਬੜੀ ਹੀ ਸੋਹਣੀ ਕਵਿਤਾ। ਜਦੋਂ ਆਪਾਂ ਇਹਦੀ ਕਵਿਤਾ ਦਾ ਪਾਠ ਕਰਾਂਗੇ ਦੇਖੋਗੇ ਤੁਸੀਂ। ਧਰਤੀ ਉਸ ਨੂੰ ਬਾਬਲ ਦਾ ਵਿਹੜਾ ਲੱਗਦਾ ਹੈ। ਧੀ ਨੂੰ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਧਰਤੀ ਅਤੇ ਉਹ ਬੱਚੇ ਜੰਮਣ ਅਤੇ ਪਾਲਣ ਦੇ ਭੇਦ ਸਾਂਝੇ ਕਰਦੀਆਂ ਹੋਣ। ਜਿਵੇਂ ਇੱਕ ਧਰਤੀ ਵੀ ਉਤਪਾਦਨ ਕਰਦੀ ਹੈ ਲੋਕਾਂ ਦੀ ਲਈ, ਜਿਹੜਾ ਖਾਣ ਪੀਣ ਦਾ ਸਾਰਾ ਧਰਤੀ ਚੋਂ ਪੈਦਾ ਹੁੰਦਾ ਹੈ। ਤੇ ਜਿਹੜੀ ਸਾਡੀ ਮਾਨਵਤਾ ਨੂੰ ਅੱਗੇ ਵਧਾਉਣ ਦੇ ਵਿੱਚ ਮੁੱਖ ਭੂਮਿਕਾ ਔਰਤ ਦੀ ਹੈ। ਔਰ ਔਰਤ ਤੇ ਧਰਤੀ ਦੋਨੇ ਹੀ ਉਪਜਾਊ ਭੂਮੀ ਦੀ ਤਰ੍ਹਾਂ ਕੰਮ ਕਰਦੀਆਂ। ਇੱਕ ਪਾਸੇ ਮਾਨਵਤਾ ਨੂੰ ਨਵਾਂ ਜੀਵਨ ਦੇ ਰਹੀ ਹੈ ਔਰਤ ਉਸ ਜੀਵਨ ਨੂੰ ਸਾਂਭਣ ਦਾ ਕੰਮ ਕਰ ਰਹੀ ਹੈਗੀ ਹੈ। ਧਰਤੀ ਵੀ ਨਵੇਂ ਪੇੜ ਪੌਦੇ, ਨਵੀਆਂ ਫਸਲਾਂ ਔਰ ਇਨਸਾਨਾਂ ਦੇ ਲਈ ਜਿਹੜਾ ਖਾਣ ਪੀਣ ਦਾ ਸਮਾਨ ਹੈ ਸਾਰਾ ਧਰਤੀ ਚੋਂ ਪੈਦਾ ਹੁੰਦਾ ਹੈ। ਔਰ ਮਾਨਵਤਾ ਨੂੰ ਅੱਗੇ ਵਧਾਉਣ ਦਾ ਕੰਮ ਔਰਤ ਕਰਦੀ ਹੈ। ਇਹਨਾਂ ਦੋਨਾਂ ਕਵਿਤਾਵਾਂ ਦਾ ਆਪਾਂ ਜ਼ਿਕਰ ਕਰਾਂਗੇ। ਇਹਨਾਂ ਦੋਨਾਂ ਕਵਿਤਾਵਾਂ ਦੇ ਸਰਲ ਅਰਥ ਕਰਾਂਗੇ। ਪਹਿਲਾਂ ਆਪਾਂ ਉਹਦੀ ਕਵਿਤਾ ਦੇਖਦੇ ਹਾਂ, ਨਵਤੇਜ ਭਾਰਤੀ ਦੀ ਚਾਹ ਅਤੇ ਪਿਆਰ। ਲਿਖਦੇ ਲਿਖਦੇ ਮੈਨੂੰ ਨੀਂਦ ਆ ਜਾਂਦੀ ਹੈ। ਕਵੀ ਕਹਿ ਰਿਹਾ ਕਿ ਉਹਦਾ ਆਪਣਾ ਅਨੁਭਵ ਹੈ, ਨਿੱਜੀ ਅਨੁਭਵ ਹੈ। ਉਹ ਆਪਣੀ ਪਤਨੀ ਦੇ ਨਾਲ ਜਿਹੜਾ ਸੰਬੰਧ ਆ ਉਹਦੀ ਗੱਲ ਕਰਦਾ। ਲਿਖਦੇ ਲਿਖਦੇ ਮੈਨੂੰ ਨੀਂਦ ਆ ਜਾਂਦੀ ਹੈ, ਉਹ ਆਉਂਦੀ ਹੈ ਮੇਰੇ ਹੱਥਾਂ 'ਚੋਂ ਕਾਗਜ਼ ਕਲਮ ਫੜ ਲੈਂਦੀ ਹੈ, ਅੱਖਾਂ ਤੋਂ ਐਨਕ ਲਾ ਦਿੰਦੀ ਹੈ, ਸਿਰ ਥੱਲੇ ਸਰਹਾਣਾ ਰੱਖ ਦਿੰਦੀ ਹੈ, ਮੈਨੂੰ ਕੰਬਲ ਨਾਲ ਢੱਕ ਦਿੰਦੀ ਹੈ। ਹੁਣ ਕਹਿੰਦਾ ਮੈਂ ਇੱਕ ਕਵੀ ਦੇ ਅਨੁਭਵ ਦੀ ਗੱਲ ਕਰਦਾ। ਮੈਂ ਲਿਖਦਾ ਤੇ ਜਦੋਂ ਮੈਂ ਲਿਖ ਰਿਹਾ ਹੁੰਦਾ ਤੇ ਲਿਖਦੇ ਲਿਖਦੇ ਮੈਨੂੰ ਨੀਂਦ ਆ ਜਾਂਦੀ। ਮੇਰੀ ਪਤਨੀ ਆਉਂਦੀ ਹੈ, ਆ ਕੇ ਉਹ ਮੇਰੇ ਹੱਥਾਂ ਦੇ ਵਿੱਚੋਂ ਕਾਗਜ਼ ਫੜ ਕੇ ਪਾਸੇ ਰੱਖ ਦਿੰਦੀ ਹੈ, ਕਲਮ ਫੜ ਕੇ ਪਾਸੇ ਰੱਖ ਦਿੰਦੀ ਹੈ, ਅੱਖਾਂ ਤੋਂ ਐਨਕ ਲਾ ਦਿੰਦੀ ਹੈ ਤੇ ਫਿਰ ਕੀ ਕਰਦੀ ਹੈ, ਸਿਰ ਥੱਲੇ ਸਰਹਾਣਾ ਰੱਖ ਦਿੰਦੀ ਹੈ ਤੇ ਮੈਨੂੰ ਕੰਬਲ ਦੇ ਨਾਲ ਢੱਕ ਦਿੰਦੀ ਹੈ। ਹੁਣ ਇਹ ਬੱਚੇ ਦੀ ਤਰ੍ਹਾਂ ਇੱਕ ਮੇਰੀ ਸਾਂਭ ਸੰਭਾਲ ਕਰ ਰਹੀ ਹੈ ਮੇਰੀ ਪਤਨੀ। ਇਹ ਗੱਲ ਕਰ ਰਿਹਾ ਕਵੀ। ਹੁਣ ਅੱਗੇ, ਜਾਗ ਆਉਂਦੀ ਹੈ, ਸਰਹਾਣੇ ਵਾਲੇ ਮੇਜ਼ ਤੇ ਗਰਮ ਚਾਹ ਦਾ ਪਿਆਲਾ ਹੁੰਦਾ ਹੈ। ਦੇਖੋ, ਰਾਤ ਨੂੰ ਨੀਂਦ ਆਈ ਹੈ, ਉਸ ਸਮੇਂ ਉਹਨੂੰ ਉਹਦੇ ਤੇ ਕੰਬਲ ਦਿੱਤਾ, ਉਹਨੂੰ ਉਹਦੀ ਐਨਕ ਪਾਸੇ ਰੱਖੀ, ਉਹਦੀ ਕਲਮ ਪਾਸੇ ਰੱਖੀ, ਉਹ ਲਿਖਣ ਵਾਲਾ ਸਮਾਨ ਪਾਸੇ ਰੱਖਤਾ। ਸੁਬਾਹ ਜਦੋਂ ਕਹਿੰਦਾ ਮੈਨੂੰ ਜਾਗ ਆਉਂਦੀ ਹੈ ਤਾਂ ਜਾਗ ਆਉਣ ਦੇ ਨਾਲ ਹੀ ਮੈਨੂੰ ਇੱਕ ਚੀਜ਼ ਮਹਿਸੂਸ ਹੁੰਦੀ ਹੈ ਕਿ ਮੇਰੇ ਸਰਹਾਣੇ ਮੇਜ਼ ਦੇ ਉੱਪਰ ਗਰਮ ਚਾਹ ਪਈ ਹੈ, ਪਿਆਲਾ ਪਿਆ ਚਾਹ ਵਾਲਾ। ਮੈਂ ਸੌਣ ਤੋਂ ਪਹਿਲਾਂ ਲਿਖੀ ਕਵਿਤਾ ਵਿੱਚੋਂ ਕੱਟ ਦਿੰਦਾ ਹਾਂ। ਹੁਣ ਇੱਥੇ ਆ ਕੇ ਕਵਿਤਾ ਦਾ ਥੀਮ ਨਿਕਲਦਾ।
ਪਿਆਰ ਉਹੀ ਕਰਦੇ ਨੇ ਜੋ ਕੱਚੇ ਘੜੇ ਤੇ ਤਰਦੇ ਨੇ, ਮਾਰੂ ਥਲ ਵਿੱਚ ਸੜਦੇ ਨੇ। ਮੈਂ ਜਿਹੜਾ ਕਹਿੰਦਾ ਰਾਤ ਕਵਿਤਾ ਲਿਖੀ ਸੀ ਉਹਦੇ 'ਚ ਪਿਆਰ ਦੀ ਇੱਕ ਡੈਫੀਨੇਸ਼ਨ ਲਿਖੀ ਸੀ। ਡੈਫੀਨੇਸ਼ਨ ਕੀ ਸੀਗੀ? ਪਿਆਰ ਕਹਿੰਦਾ ਵੀ ਉਹੀ ਲੋਕ ਕਰ ਸਕਦੇ ਆ ਜੋ ਕੱਚੇ ਘੜੇ ਤੇ ਤਰਦੇ ਆ। ਜਿਹੜੇ ਲੋਕ ਇੱਕ ਦੂਜੇ ਲਈ ਮਰਦੇ ਆ, ਪਿਆਰ ਉਹੀ ਕਰ ਸਕਦੇ ਆ। ਤੇ ਜਿਹੜੇ ਮਾਰੂ ਥਲਾਂ ਦੇ ਵਿੱਚ ਸੜਦੇ ਆ, ਪਿਆਰ ਉਹੀ ਕਰਦੇ ਆ। ਕੱਚੇ ਘੜੇ ਤੇ ਤਰਨ ਵਾਲੀ ਸੋਹਣੀ ਸੀਗੀ, ਮਾਰੂ ਥਲ ਦੇ ਵਿੱਚ ਸੜਨ ਵਾਲੀ ਸੱਸੀ ਸੀਗੀ। ਸੱਸੀ ਤੇ ਸੋਹਣੀ ਵਰਗੀਆਂ ਪਿਆਰ ਕਰਦੀਆਂ। ਕਹਿੰਦਾ ਪਰ ਜਦੋਂ ਮੈਂ ਆਪਣੀ ਪਤਨੀ ਦਾ ਮੇਰੇ ਪ੍ਰਤੀ ਜਿਹੜਾ ਪਿਆਰ ਤੇ ਮੁਹੱਬਤ ਦੇਖਦਾ, ਜਿਹੜੀ ਇੱਕ ਪਰਿਭਾਸ਼ਾ ਲਿਖਦੀ ਹੈ ਮੇਰੇ ਲਈ, ਇੱਕ ਨਵਾਂ ਜਿਉਣ ਢੰਗ ਦੱਸਦੀ ਹੈ ਮੇਰੇ ਲਈ, ਉਹ ਚੀਜ਼ਾਂ ਨੂੰ ਦੇਖ ਕੇ ਮੈਂ ਦੇਖਦਾ ਕਿ ਨਹੀਂ, ਪਿਆਰ ਤਾਂ ਆ ਵੀ ਹੈ। ਵੀ ਜਿਸ ਤਰ੍ਹਾਂ ਮੇਰੀ ਪਤਨੀ ਮੇਰੀ ਸਾਂਭ ਸੰਭਾਲ ਕਰਦੀ ਹੈ, ਮੇਰਾ ਧਿਆਨ ਰੱਖਦੀ ਹੈ, ਕੱਲੀ ਕੱਲੀ ਚੀਜ਼ ਦਾ ਮੇਰਾ ਧਿਆਨ ਰੱਖਦੀ ਹੈ, ਉਹ ਵੀ ਇੱਕ ਪਿਆਰ ਦੀ ਹੀ ਡੈਫੀਨੇਸ਼ਨ ਹੈ, ਉਹ ਵੀ ਇੱਕ ਪਿਆਰ ਦੀ ਹੀ ਪਰਿਭਾਸ਼ਾ ਹੈਗੀ ਹੈ। ਜ਼ਰੂਰੀ ਨਹੀਂ ਕਿ ਪਿਆਰ ਦਿਖਾਉਣ ਦੇ ਲਈ ਕੀਤਾ ਜਾਵੇ, ਜ਼ਰੂਰੀ ਨਹੀਂ ਕਿ ਪਿਆਰ ਜਿਹੜੇ ਸਾਡੇ ਕਿੱਸਿਆਂ ਦੇ ਵਿੱਚ ਪਿਆ ਉਹੀ ਹੈ, ਜ਼ਰੂਰੀ ਨਹੀਂ ਕਿ ਜਿਹੜੇ ਕਵੀ ਲੋਕ ਕਹਿੰਦੇ ਆ ਕਿ ਪਿਆਰ ਦੀ ਡੈਫੀਨੇਸ਼ਨ ਆ ਹੁੰਦੀ ਹੈ ਉਹੀ ਹੋਵੇ। ਪਿਆਰ ਦਾ ਦੂਜੀ ਉਦਾਹਰਨ ਪਤੀ ਤੇ ਪਤਨੀ ਦੇ ਵਿਚਕਾਰ ਜਿਹੜਾ ਆਪਸੀ ਸੰਬੰਧ ਆ, ਆਪਸੀ ਰਿਲੇਸ਼ਨ ਹੈ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਪਿਆਰ ਦੀ ਡੈਫੀਨੇਸ਼ਨ, ਪਿਆਰ ਦੀ ਪਰਿਭਾਸ਼ਾ ਪਈ ਹੈ। ਕਿਉਂਕਿ ਇਹ ਇੱਕ ਦੂਜੇ ਦਾ ਧਿਆਨ ਰੱਖਦੇ ਆ, ਇੱਕ ਦੂਜੇ ਦੀ ਕੇਅਰ ਕਰਦੇ ਆ। ਜਿਹੜੀ ਇਹ ਕੇਅਰ ਕਰਦੇ ਆ, ਧਿਆਨ ਰੱਖਦੇ ਆ, ਇਹੋ ਹੀ ਅਸਲ ਦੇ ਵਿੱਚ ਬਸਦੇ ਘਰਾਂ ਦੇ ਵਿੱਚ ਪਿਆਰ ਦੀ ਇੱਕ ਡੈਫੀਨੇਸ਼ਨ ਹੁੰਦੀ ਹੈ, ਬਸਦੇ ਘਰਾਂ ਦੇ ਵਿੱਚ ਪਿਆਰ ਦੀ ਇੱਕ ਪਰਿਭਾਸ਼ਾ ਹੁੰਦੀ ਹੈ, ਬਸਦੇ ਘਰਾਂ ਦੇ ਵਿੱਚ ਪਿਆਰ ਦੀ ਇੱਕ ਅਜਿਹੀ ਕਹਿ ਸਕਦੇ ਹਾਂ ਆਪਾਂ ਇੱਕ ਉਹ ਵਾਤਾਵਰਨ ਸਿਰਜਿਆ ਜਾਂਦਾ ਹੈ ਜਿਸ ਦੇ ਵਿੱਚ ਪਤੀ ਤੇ ਪਤਨੀ ਇੱਕ ਦੂਜੇ ਨੂੰ ਸਾਂਭਦੇ ਸੰਭਾਲਦੇ ਆ, ਇੱਕ ਦੂਜੇ ਦਾ ਖਿਆਲ ਰੱਖਦੇ ਆ, ਇੱਕ ਦੂਜੇ ਦੀ ਕੇਅਰ ਕਰਦੇ ਆ ਔਰ ਇੱਕ ਦੂਜੇ ਨੂੰ ਅੱਗੇ ਵਧਣ ਦਾ ਸੰਦੇਸ਼ ਦਿੰਦੇ ਆ। ਕਵੀ ਇੱਥੇ ਆ ਕੇ ਆਪਣੀ ਗੱਲ ਖਤਮ ਕਰ ਦਿੰਦਾ, ਕਹਿੰਦਾ ਕਿ ਅੱਜ ਤੱਕ ਜਿਹੜੀ ਮੈਂ ਪਿਆਰ ਦੀ ਡੈਫੀਨੇਸ਼ਨ ਦੇਖ ਰਿਹਾ ਸੀ ਜਾਂ ਪਿਆਰ ਦੀ ਡੈਫੀਨੇਸ਼ਨ ਪੜ੍ਹ ਰਿਹਾ ਸੀਗਾ ਕਿ ਸੱਸੀ ਤੇ ਸੋਹਣੀ ਵਰਗੀਆਂ ਹੀ ਪਿਆਰ ਕਰਦੀਆਂ ਉਹੀ ਕੁਰਬਾਨ ਹੋ ਸਕਦੇ ਨਹੀਂ। ਕਹਿੰਦਾ ਰੋਜ਼ ਦੀ ਰੋਜ਼ ਜਿਹੜੀ ਮੇਰੀ ਪਤਨੀ ਮੇਰਾ ਕੇਅਰ ਕਰਦੀ ਹੈ ਉਹਦੇ ਨਾਲੋਂ ਵੀ ਸ਼ਾਇਦ ਇਹ ਵੱਡੀ ਕੁਰਬਾਨੀ ਹੈ, ਰੋਜ਼ਾਨਾ ਦੀ ਕੁਰਬਾਨੀ ਹੈ। ਸੋ ਇਸ ਕਰਕੇ ਕਹਿੰਦਾ ਕਿ ਪਤੀ ਤੇ ਪਤਨੀ ਦਾ ਜਿਹੜਾ ਆਪਸ ਦੀ ਸਮਝ ਹੈਗੀ, ਆਪਸ ਦੇ ਵਿੱਚ ਪਿਆਰ ਹੈਗਾ, ਇਹ ਵੀ ਇੱਕ ਬਹੁਤ ਵੱਡੀ ਉਦਾਹਰਨ ਹੈ ਤੁਹਾਡੇ ਸਾਹਮਣੇ। ਸੋ ਵਿਦਿਆਰਥੀਓ, ਪਹਿਲੀ ਕਵਿਤਾ ਇੱਥੇ ਖਤਮ ਹੁੰਦੀ ਹੈ। ਇਹਦੇ ਛੋਟੇ ਕੁਐਸਚਨ, ਪਿਆਰ ਦੀ ਜਿਹੜੀ ਨਵੀਂ ਡੈਫੀਨੇਸ਼ਨ ਲਿਖ ਰਿਹਾ ਕਵੀ ਜਾਂ ਇਹਦਾ ਥੀਮ ਕੀ ਹੈ, ਇਹਦੇ ਬਾਰੇ ਧਿਆਨ ਨਾਲ ਦੇਖ ਲਿਓ, ਪੜ੍ਹ ਲਿਓ, ਤੁਹਾਨੂੰ ਸਮਝ ਲੱਗ ਜੂਗੀ। ਸੈਕਿੰਡ ਕਵਿਤਾ ਹੈਗੀ ਹੈ ਤੁਹਾਡੀ ਇਸ ਕਾਵਿ ਸੰਗ੍ਰਹਿ ਦੇ ਸ਼ਾਮਲ ਕੀਤੀ ਗਈ ਨਵਤੇਜ ਭਾਰਤੀ ਦੀ ਮਾਵਾਂ ਤੇ ਧੀਆਂ ਨਾਲ ਬੈਠੀਆਂ। ਬੜੀ ਹੀ ਵਧੀਆ ਸੋਹਣੀ ਕਵਿਤਾ ਹੈਗੀ ਹੈ। ਇੱਕ ਧੀ ਦਾ, ਇੱਕ ਮਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਕੀ ਹੈ ਤੇ ਧੀ ਕਿਵੇਂ ਸੋਚਦੀ ਹੈ ਬਚਪਨ ਦੇ ਵਿੱਚੋਂ। ਵਿਦਿਆਰਥੀ ਥੋੜਾ ਜਿਹਾ ਜੇਕਰ ਤੁਸੀਂ ਸੈਂਸਿਟਿਵ ਹੈਗੇ ਹੋ ਤਾਂ ਇਹਨੂੰ ਥੋੜਾ ਜਿਹਾ ਨਾ ਆਪਣੇ ਤੇ ਲਾ ਕੇ ਦੇਖਿਓ, ਤੁਹਾਨੂੰ ਸਾਰੀ ਚੀਜ਼ ਸਮਝ ਲੱਗੂਗੀ। ਘਰ ਦੀ ਬਾੜੀ 'ਚ ਬੈਠੀ ਉਹ ਬੂਟਿਆਂ ਨਾਲ ਗੱਲਾਂ ਕਰ ਰਹੀ ਹੈ। ਧੀ ਘਰ ਦੀ ਬਾੜੀ ਦੇ ਵਿੱਚ ਵੱਡੀ ਹੋ ਗਈ ਹੈ, ਵੱਡੀ ਹੋ ਕੇ ਵਿਆਹੀ ਗਈ ਹੈ ਤੇ ਉੱਥੇ ਜਾ ਕੇ ਉਹ ਆਪਣੀ ਘਰ ਦੀ ਬਾੜੀ ਦੇ ਵਿੱਚ ਬੈਠੀ ਹੈ ਤੇ ਬੂਟਿਆਂ ਦੇ ਨਾਲ ਨਿੱਕੇ ਨਿੱਕੇ ਗੱਲਾਂ ਕਰ ਰਹੀ ਹੈ। ਬਹੁਤ ਲੋਕ ਸੈਂਸਿਟਿਵ ਹੁੰਦੇ ਜਿਹੜੇ ਏਦਾਂ ਦੀਆਂ ਗੱਲਾਂ ਕਰਦੇ ਆ। ਜੜਾਂ ਦਿਵਾਲਿਓ ਮਿੱਟੀ ਪੋਲੀ ਕਰਦੀ ਹੈ, ਬੂਟੇ ਸਾਹ ਲੈਂਦੇ ਹਨ ਉਹ ਸੁਣਦੀ ਹੈ। ਕਈ ਲੋਕਾਂ ਨੂੰ, ਕਈ ਬੱਚਿਆਂ ਨੂੰ, ਕਈ ਵਿਦਿਆਰਥੀਆਂ ਨੂੰ, ਕਈ ਇਨਸਾਨਾਂ ਨੂੰ ਪੌਦਿਆਂ ਨਾਲ ਬੜਾ ਪਿਆਰ ਹੁੰਦਾ ਹੈ, ਬੂਟਿਆਂ ਨਾਲ ਬੜਾ ਪਿਆਰ ਹੁੰਦਾ ਹੈ। ਉਸੇ ਤਰ੍ਹਾਂ ਦੇ ਨਾਲ ਕਹਿੰਦਾ ਘਰ ਦੀ ਬਾੜੀ ਦੇ ਵਿੱਚ ਬੈਠੀ ਉਹ ਕੁੜੀ ਬੂਟਿਆਂ ਦੇ ਨਾਲ ਗੱਲਾਂ ਕਰ ਰਹੀ ਹੈ, ਬੂਟਿਆਂ ਦੀ ਜ਼ਮੀਨ ਆਸੇ ਪਾਸੇ ਤੋਂ ਜੜ੍ਹਾਂ ਤੋਂ ਪੋਲੀ ਕਰ ਰਹੀ ਹੈ ਤੇ ਉਹ ਮਹਿਸੂਸ ਕਰਦੇ ਕਿ ਜਿਵੇਂ ਬੂਟੇ ਸਾਹ ਰਹੇ ਹੁੰਦੇ ਆ, ਪੌਦੇ ਸਾਹ ਲੈ ਰਹੇ ਹੁੰਦੇ ਆ। ਕੱਲੇ ਕੱਲੇ ਬੂਟੇ ਨੂੰ ਪਲੋਸਦੀ ਹੈ, ਪੱਤਿਆਂ ਤੋਂ ਮਿੱਟੀ ਝਾੜਦੀ ਹੈ, ਪਾਣੀ ਪਿਆਉਂਦੀ ਹੈ। ਕਰੇਲਿਆਂ ਦੀ ਕੱਤਦੀ ਵੇਲ ਹੇਠ ਛਾਪੇ ਧਰਨ ਵੇਲੇ ਮਾਂ ਯਾਦ ਆਉਂਦੀ ਹੈ। ਦੇਖੋ, ਜਿਸ ਤਰ੍ਹਾਂ ਇੱਕ ਮਾਂ ਬੱਚਿਆਂ ਦਾ ਕੇਅਰ ਕਰਦੀ ਹੈ ਨਾ, ਮਾਂ ਬੱਚਿਆਂ ਦੀ ਦੇਖਭਾਲ ਕਰਦੀ ਹੈ, ਉਸੇ ਤਰ੍ਹਾਂ ਦੇ ਨਾਲ ਇੱਕ ਮਾਲੀ, ਇੱਕ ਪੌਦਿਆਂ ਨੂੰ ਸਾਂਭਣ ਵਾਲੀ ਉਹ ਔਰਤ ਜਾਂ ਉਹਨਾਂ ਪੌਦਿਆਂ ਨੂੰ, ਉਹਨਾਂ ਬੂਟਿਆਂ ਦੀ ਕੇਅਰ ਕਰਨ ਵਾਲੀ ਉਹ ਲੜਕੀ, ਉਹਦੀ ਕੰਪੈਰੀਜ਼ਨ ਕੀਤਾ ਗਿਆ। ਕਹਿੰਦਾ ਵੀ ਜਦੋਂ ਉਹ ਕੱਲੇ ਕੱਲੇ ਪੌਦੇ ਕੋਲੇ ਜਾਂਦੀ ਹੈ, ਉਹਨੂੰ ਪਲੋਸਦੀ ਹੈ, ਉਹਨਾਂ ਤੋਂ ਮਿੱਟੀ ਝਾੜਦੀ ਹੈ, ਉਹਨਾਂ ਨੂੰ ਪਾਣੀ ਦਿੰਦੀ ਹੈ, ਪਾਣੀ ਪਿਆਉਂਦੀ ਹੈ। ਕਰੇਲਿਆਂ ਦੀ ਕੱਤ ਦੀ ਵੇਲ, ਜਦੋਂ ਬਹੁਤ ਸਾਰੀਆਂ ਜਿਹੜੀਆਂ ਵੇਲਾਂ ਹੈਗੀਆਂ ਜਦੋਂ ਇਹ ਵੱਧਦੀਆਂ ਉਦੋਂ ਬਾਅਦ ਇਹ ਕੱਤਣਾ ਸ਼ੁਰੂ ਕਰ ਦਿੰਦੀਆਂ। ਕੱਤਣਾ ਮੀਨਸ ਇਹਨਾਂ ਦੇ ਸਾਹਮਣੇ ਇੱਕ ਨਿੱਕੀ ਜਿਹੀ ਤੂਈ ਨਿਕਲਦੀ ਹੈ, ਉਹ ਅੱਗੇ ਜਾ ਕੇ ਉਹਨੂੰ ਫਿਰ ਉੱਥੋਂ ਪੱਤੇ ਨਿਕਲਦੇ, ਫਿਰ ਅੱਗੇ ਜਾ ਕੇ ਪੱਤੇ ਨਿਕਲਦੇ, ਇੱਦਾਂ ਉਹ ਵੱਧਦੀਆਂ ਹੈਗੀਆਂ। ਉਹਨੂੰ ਕੱਤਣਾ ਕਹਿੰਦਾ ਵੀ ਵੇਲ ਹੁਣ ਕੱਤਣ ਲੱਗ ਗਈ ਆ ਤੇ ਹੁਣ ਵੇਲ ਬੜੀ ਜਲਦੀ ਵਧੂਗੀ, ਜਿਵੇਂ ਕੱਦੂਆਂ ਦੀ ਵੇਲ ਵੀ ਹੁੰਦੀ ਹੈ, ਇਸੇ ਤਰ੍ਹਾਂ ਕਰੇਲਿਆਂ ਦੀ ਵੇਲ ਹੋ ਗਈ, ਤੋਰੀਆਂ ਦੀ ਵੇਲ ਹੋ ਗਈ, ਸਾਰੀਆਂ ਇਹ ਇੱਦਾਂ ਹੀ ਵੱਧਦੀਆਂ। ਹੁਣ ਕਹਿੰਦਾ ਵੀ ਉਹ ਜਦੋਂ ਕਰੇਲਿਆਂ ਦੀ ਵੇਲ ਕੱਤਦੀ ਹੈ ਤੇ ਉਹਦੇ ਹੇਠਾਂ ਉਹ ਛਾਪਾ ਰੱਖਦੇ, ਛਾਪਾ ਹੁੰਦਾ ਹੈਗਾ ਕੋਈ ਮੋਹੜੀ ਰੱਖ ਦੇਣਾ ਵੀ ਉਹ ਅੱਗੇ ਵੱਧ ਸਕੇ ਤੇ ਉਹ ਆਪਣੇ ਆਪ ਨੂੰ ਅੱਗੇ ਲਿਜਾ ਸਕੇ ਵੇਲ। ਠੀਕ ਹੈ, ਧਰਤੀ ਨਾਲੋਂ ਥੋੜਾ ਸੰਪਰਕ ਤੋੜਨ ਦੀ ਖਾਤਰ ਉਹਨੂੰ ਕਿਸੇ ਨਾ ਕਿਸੇ ਪੌਦੇ ਤੇ ਚੜਾ ਦਿੱਤਾ ਜਾਂਦਾ ਜਾਂ ਉਹਦੇ ਸਾਹਮਣੇ ਕੋਈ ਟਹਿਣੀ ਵੱਢ ਕੇ ਰੱਖ ਦਿੱਤੀ ਜਾਂਦੀ ਹੈ।
ਇੱਥੋਂ ਕਹਿੰਦੀ ਉਹਨੂੰ ਯਾਦ ਆਉਂਦੀ ਹੈ ਮਾਂ ਦੀ। ਮਾਂ ਯਾਦ ਆਉਂਦੀ ਹੈ ਕਰੀਰ ਦੇ ਛਾਪੇ ਤੇ ਸੇਵੀਆਂ ਸੁੱਟਦੀ। ਕਹਿੰਦੀ ਇਸੇ ਤਰ੍ਹਾਂ ਹੀ ਮਾਂ ਉਹਨੂੰ ਨਿੱਕੀ ਹੁੰਦੀ ਨੂੰ ਯਾਦ ਆਉਂਦੀ ਹੈ ਕਿ ਨਿੱਕੀ ਜਿਹੀ ਹੁੰਦੀ ਸੀ ਤੇ ਮਾਂ ਉਹਦੀ ਸੇਵੀਆਂ ਵੱਟਦੀ ਹੁੰਦੀ ਸੀ। ਸੇਵੀਆਂ ਵੱਟ ਕੇ ਕਰੀਰ ਦੇ ਇੱਕ ਪੌਦਾ ਹੈਗਾ, ਕਰੀਰ ਦੇ ਪੌਦੇ ਤੇ ਸੰਘਣੀਆਂ ਜੀਆਂ ਉਹਦੀਆਂ ਟਹਿਣੀਆਂ ਹੁੰਦੀਆਂ ਤੇ ਲੇਡੀਜ਼ ਕੀ ਕਰਦੀਆਂ ਉਹਦੇ ਤੇ ਲਿਜਾ ਕੇ ਜਿਹੜੀਆਂ ਸੇਵੀਆਂ ਹੁੰਦੀਆਂ ਉਹਨਾਂ ਨੂੰ ਸੁੱਕਣੀਆਂ ਪਾ ਦਿੰਦੀਆਂ ਸੀਗੀਆਂ। ਸੇਵੀਆਂ ਵੱਟਦੀਆਂ, ਸੇਵੀਆਂ ਵੱਟਣ ਤੋਂ ਬਾਅਦ ਉਹਨਾਂ ਦੇ ਉੱਪਰ ਸੁੱਕਣੀਆਂ ਪਾਤੇ ਚੰਗੀ ਤਰ੍ਹਾਂ ਸੁੱਕ ਜਾਂਦੀਆਂ ਸੀ। ਉਸ ਤੋਂ ਬਾਅਦ ਉਹਨੂੰ ਝਾੜ ਲਿਆ ਜਾਂਦਾ ਸੀਗਾ। ਕਰੀਰ ਦੀਆਂ ਛਾਪੇ ਹੁੰਦੇ ਸੀ, ਕਰੀਰ ਦੀਆਂ ਟਹਿਣੀਆਂ ਹੁੰਦੀਆਂ ਸੀ। ਉਹ ਮਿੱਟੀ ਦੀ ਮੁੱਠ ਭਰ ਕੇ ਸੁੰਘਦੀ ਹੈ। ਧਰਤੀ ਦੇ ਜਿਹੜੀ ਮਿੱਟੀ ਹੁੰਦੀ ਹੈ, ਧਰਤੀ ਦੀ ਜਿਹੜੀ ਭੋਏ ਹੁੰਦੀ ਹੈਗੀ ਹੈ, ਉਹਦੀ ਮਿੱਟੀ ਹੈ ਜਿਹੜੀ ਨਾ ਉਹਦੇ ਚ ਵੀ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸੁਗੰਧ ਆਉਂਦੀ ਹੈ। ਮਿੱਟੀ ਦੀ ਮੁੱਠੀ ਭਰ ਕੇ ਸੁੰਘਦੀ ਹੈ ਤੇ ਉਂਗਲਾਂ ਚੋਂ ਹੌਲੀ ਹੌਲੀ ਕੇਰਦੀ ਹੈ। ਚੀਚ ਬਹੁਤੀ ਵੇਖ ਬਾਲੜੀ ਬਣ ਜਾਂਦੀ ਹੈ। ਚੀਚ ਬਹੁਤੀ ਇੱਕ ਛੋਟੀ ਜਿਹੀ ਭੁੰਡੀ ਟਾਈਪ ਹੈਗੀ ਹੈ। ਕਹਿੰਦੀ ਵੀ ਉਹ ਉਹਨਾਂ ਨਾਲ ਖੇਡ ਰਹੀ ਹੈ, ਮਿੱਟੀ ਦੇ ਨਾਲ ਖੇਡ ਰਹੀ ਹੈ। ਉਹਨਾਂ ਛੋਟੇ ਛੋਟੇ ਜਿਹੜੇ ਜਾਨਵਰ ਹੈਗੇ, ਨਿੱਕੇ ਨਿੱਕੇ ਕੀਟ ਹੈਗੇ, ਉਹਨਾਂ ਨਾਲ ਖੇਡ ਰਹੀ ਹੈ ਤੇ ਉਹ ਬਾਲੜੀ ਬਣ ਜਾਂਦੀ ਹੈ। ਬਚਪਨ ਦੇ ਵਿੱਚ ਚਲੀ ਜਾਂਦੀ ਹੈ। ਭੱਜੀ ਭੱਜੀ ਛੋਟੇ ਭਰਾਵਾਂ ਨੂੰ ਵਿਖਾਉਂਦੀ ਜਾਂਦੀ ਹੈ। ਮਾਂ ਨੂੰ ਕਹਿੰਦੀ ਹੈ ਇਹੋ ਜਿਹੀ ਕੁਲੀ ਕੁਲੀ ਸੂਹੀ ਫਰਾਕ ਲੈਣੀ ਹੈ। ਚੀਚ ਬੋਟੀ ਨਾਲ ਰੈੱਡ ਜੀ ਹੁੰਦੀ ਹੈ, ਉਹ ਤੇ ਨਿੱਕੇ ਨਿੱਕੇ ਟਿਮਕਣੇ ਜਿਹੇ ਹੁੰਦੇ ਆ। ਇਹ ਸ਼ਾਇਦ ਤੁਸੀਂ ਦੇਖੀ ਹੋਊਗੀ। ਕਹਿੰਦਾ ਵੀ ਉਹਨੂੰ ਲਿਜਾ ਕੇ ਦਿਖਾਉਂਦੀ ਹੈ। ਕਹਿੰਦੀ ਮੰਮਾ ਮੈਂ ਇਹ ਜੀ ਫਰਾਕ ਲੈਣੀ ਚਾਹੁੰਦੀ ਹਾਂ, ਮੈਂ ਵੀ ਇਸ ਤਰ੍ਹਾਂ ਦਾ ਬਣਨਾ ਚਾਹੁੰਦੀ ਹਾਂ। ਧਰਤੀ ਉਸਨੂੰ ਬਾਬਲ ਦਾ ਵਿਹੜਾ ਲੱਗਦੀ ਹੈ ਤੇ ਸਾਰੀ ਧਰਤੀ ਉਸਨੂੰ ਆਪਣੇ ਪਿਓ ਦਾ ਵਿਹੜਾ ਲੱਗਦੀ ਹੈ, ਆਪਣੇ ਫਾਦਰ ਦਾ ਵਿਹੜਾ ਲੱਗਦੀ ਹੈ, ਆਪਣੇ ਬਾਪੂ ਦਾ, ਆਪਣੇ ਪਾਪਾ ਦਾ ਵਿਹੜਾ ਲੱਗਦੀ ਹੈ। ਧਰਤੀ ਅਤੇ ਉਹ ਦੋਵੇਂ ਬੱਚੇ ਜੰਮਣ ਪਾਲਣ ਦੇ ਭੇਦ ਸਾਂਝੇ ਕਰ ਰਹੀਆਂ ਨੇ। ਧਰਤੀ ਤੇ ਉਹ ਦੋਨੇ ਇੱਕ ਚੀਜ਼ ਸਾਂਝੀ ਹੈ ਕਿ ਮਾਨਵਤਾ ਨੂੰ ਅੱਗੇ ਵਧਾਉਣ ਦੀ ਖਾਤਰ ਔਰਤ ਬੱਚੇ ਜੰਮਦੀ ਹੈ, ਔਰਤ ਬੱਚਿਆਂ ਨੂੰ ਜਨਮ ਦਿੰਦੀ ਹੈ ਆਪਣੀਆਂ ਕੁੱਖ ਦੇ ਵਿੱਚੋਂ, ਤੇ ਧਰਤੀ ਉਸ ਮਾਨਵਤਾ ਨੂੰ ਪਾਲ ਰਹੀ ਹੈ। ਇਹ ਦੋਨੇ ਹੀ ਇੱਕ ਤਰ੍ਹਾਂ ਦੇ ਨਾਲ ਪੋਜ਼ਿਟਿਵ ਅਗਾਂਹ ਵਧੂ ਸੋਚ ਦਾ ਪ੍ਰਤੀਕ ਹੈ। ਸਾਂਝੇ ਕਰ ਰਹੀਆਂ ਧਰਤੀ ਤੇ ਉਹ ਦੋਵੇਂ ਬੱਚੇ ਜੰਮਣ ਪਾਲਣ ਦੇ ਭੇਦ ਸਾਂਝੇ ਕਰ ਰਹੀਆਂ ਹਨ। ਮਾਵਾਂ ਤੇ ਧੀਆਂ ਦਾ ਇੱਕੋ ਪਰਦਾ ਹੈ ਤੇ ਮਾਵਾਂ ਤੇ ਧੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਇੱਕ ਦੂਜੇ ਦੇ ਨਾਲ ਆਪਣੇ ਪਰਦੇ ਸਾਂਝੇ ਰੱਖਦੀਆਂ, ਇੱਕ ਦੂਜੇ ਨੂੰ ਸਿੱਖਿਆ ਦਿੰਦੀਆਂ। ਮਾਂ ਹਮੇਸ਼ਾ ਧੀ ਦੇ ਉੱਪਰ ਹੱਥ ਰੱਖਦੀ ਹੈ, ਸਿਰ ਦੇ ਉੱਪਰ, ਔਰ ਉਹਨੂੰ ਅਗਾਂਹ ਵਧੂ ਰਾਹਾਂ ਦੇ ਉੱਪਰ ਤੋਰਨ ਦਾ ਇੱਕ ਸੁਪਨਾ ਲੈਂਦੀ ਹੈ। ਸੋ ਵਿਦਿਆਰਥੀਓ, ਜਿਸ ਤਰ੍ਹਾਂ ਧਰਤੀ ਨਵੀਂ ਪੈਦਾਵਾਰ ਕਰਦੀ ਹੈ, ਇੱਕ ਫਸਲ ਹੋ ਜਾਂਦੀ ਹੈ, ਉਹਨੂੰ ਕੱਟ ਲਿਆ ਜਾਂਦਾ, ਫਿਰ ਦੂਜੀ ਫਸਲ ਬੀਜ ਦਿੱਤੀ ਜਾਂਦੀ, ਉਹਨੂੰ ਕੱਟ ਲਿਆ ਜਾਂਦਾ ਹੈ। ਹੋਰ ਬੜੇ ਪੌਦੇ ਹੈਗੇ ਆ ਜਿਹੜੇ ਮਾਨਵਤਾ ਦੇ ਫਾਇਦੇ ਲਈ ਹੈ। ਬਹੁਤ ਸਾਰੀਆਂ ਜੜੀ ਬੂਟੀਆਂ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ, ਬਹੁਤ ਸਾਰੇ ਫਲ ਫਰੂਟ ਹੈ ਜਿਹੜੇ ਧਰਤੀ 'ਚ ਪੈਦਾ ਹੁੰਦੇ ਆ। ਤਕਰੀਬਨ ਹਰ ਇੱਕ ਚੀਜ਼ ਧਰਤੀ 'ਚੋਂ ਹੀ ਮਿਲਦੀ ਹੈ। ਹਰ ਇੱਕ ਚੀਜ਼ ਖਾਣ ਵਾਲੀ, ਪਹਿਨਣ ਵਾਲੀ ਧਰਤੀ 'ਚੋਂ ਪੈਦਾ ਹੁੰਦੀ ਹੈ। ਔਰ ਮਾਨਵਤਾ ਦੇ ਲਈ ਸਭ ਤੋਂ ਵੱਡਾ ਤੋਹਫਾ ਧਰਤੀ ਹੀ ਪੈਦਾ ਕਰਦੀ ਹੈ। ਜਿੰਨੇ ਜਾਨਵਰ, ਜਿੰਨੇ ਇਨਸਾਨ, ਜਿੰਨੇ ਵੀ ਧਰਤੀ ਦੇ ਉੱਪਰ ਜੀਵ ਜੰਤੂ ਹੈ, ਸਾਰੇ ਧਰਤੀ 'ਚੋਂ ਪੈਦਾ ਹੋਈ ਚੀਜ਼ ਨੂੰ ਖਾ ਕੇ ਆਪਣਾ ਜੀਵਨ ਨਿਰਵਾਹ ਕਰਦੇ ਆ। ਤੇ ਜਿਹੜੀ ਮਾਨਵ ਜਾਤੀ ਹੈਗੀ ਹੈ, ਇਹਨੂੰ ਅੱਗੇ ਵਧਾਉਣ ਦਾ ਕੰਮ ਔਰਤ ਕਰਦੀ ਹੈ। ਔਰਤ ਬੱਚਿਆਂ ਨੂੰ ਜਨਮ ਦਿੰਦੀ ਹੈ ਤੇ ਉਹ ਅੱਗੇ ਇਸ ਦੇ ਨਾਲ ਪੀੜ੍ਹੀਆਂ ਤੁਰਦੀਆਂ, ਇਸ ਦੇ ਨਾਲ ਅੱਗੇ ਮਾਨਵਤਾ ਵੱਧਦੀ ਹੈ, ਫੈਲਦੀ ਹੈ। ਉਸੇ ਤਰ੍ਹਾਂ ਧਰਤੀ, ਉਸੇ ਤਰ੍ਹਾਂ ਔਰਤ, ਇਹ ਕਹਿੰਦੇ ਦੋਨਾਂ ਦਾ ਇੱਕ ਸਾਂਝਾ ਗੁਣ ਹੈ ਕਿ ਉਹ ਮਾਨਵਤਾ ਨੂੰ ਅੱਗੇ ਵਧਾਉਂਦੀਆਂ ਜਾਂ ਉਹਨਾਂ ਨੂੰ ਪਾਲਣ ਦਾ ਕੰਮ ਕਰਦੀਆਂ। ਤੇ ਮਾਵਾਂ ਤੇ ਧੀਆਂ ਦੇ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਉਹ ਇੱਕ ਦੂਜੇ ਦੇ ਪਰਦੇ ਨੂੰ ਸਾਂਭਦੀਆਂ, ਇੱਕ ਦੂਜੇ ਦੀ ਇੱਜ਼ਤ ਨੂੰ ਸਾਂਭਦੀਆਂ, ਇੱਕ ਦੂਜੇ ਦੇ ਨਾਲ ਪਿਆਰ ਕਰਦੀਆਂ, ਮੁਹੱਬਤ ਕਰਦੀਆਂ ਤੇ ਇੱਕ ਦੂਜੇ ਦੇ ਨਾਲ ਜੁੜ ਕੇ ਰਹਿੰਦੀਆਂ। ਸੋ ਵਿਦਿਆਰਥੀਓ, ਇਹ ਦੋ ਕਵਿਤਾਵਾਂ ਤੁਹਾਡੀ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਦੂਸਰੀ ਕਵਿਤਾ ਹੈਗੀ, ਇਹਨੂੰ ਥੋੜ੍ਹਾ ਧਿਆਨ ਨਾਲ ਕਰ ਲਿਓ ਕਿਉਂਕਿ ਇਹ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਪਹਿਲੀ ਕਵਿਤਾ ਇੱਕ ਸਧਾਰਨ ਜੇ ਵਿਸ਼ੇ ਦੇ ਉੱਪਰ ਲਿੱਤੀ ਗਈ ਹੈ। ਦੂਸਰੀ ਕਵਿਤਾ ਦੇ ਵਿੱਚ ਕਵੀ ਨੇ ਇੱਕ ਔਰਤ ਦੇ, ਇੱਕ ਨੌਜਵਾਨ ਧੀ ਦੇ ਜਿਹੜੇ ਅਰਮਾਨ ਹੁੰਦੇ ਹੈ, ਜਿਹੜੀਆਂ ਉਹਦੀਆਂ ਸੱਧਰਾਂ ਹੁੰਦੀਆਂ, ਜਿਹੜੀ ਉਹਦੀ ਸੋਚ ਹੁੰਦੀ ਹੈ, ਉਹਨੂੰ ਪ੍ਰਗਟ ਕੀਤਾ ਹੈ। ਸੋ ਇਹਨਾਂ ਦੋਨਾਂ ਕਵਿਤਾਵਾਂ ਨੂੰ ਧਿਆਨ ਨਾਲ ਸੁਣ ਲਿਓ, ਇਹ ਲੈਕਚਰ ਨੂੰ ਧਿਆਨ ਨਾਲ ਪੜ੍ਹ ਲਿਓ ਔਰ ਇਹਦੇ ਵਿੱਚ ਉਤਪੰਨ ਹੋਣ ਵਾਲੇ ਜਿਹੜੇ ਛੋਟੇ ਕੁਐਸਚਨ ਹੈ ਉਹਨਾਂ ਨੂੰ ਵੀ ਧਿਆਨ ਨਾਲ ਕਰ ਲਿਓ। ਤੁਸੀਂ ਚੰਗੀ ਤਰ੍ਹਾਂ ਲੈਕਚਰ ਸੁਣਿਆ ਕਰੋ। ਲੈਕਚਰ ਸੁਣਨ ਤੋਂ ਬਾਅਦ ਉਹਦੇ ਬਾਰੇ ਥੋੜ੍ਹਾ ਬਹੁਤਾ ਲਿਖਿਆ ਕਰੋ। ਤੁਸੀਂ ਲਿਖ ਕੇ ਫਿਰ ਉਹਨੂੰ ਸਾਂਭ ਕੇ ਰੱਖਣਾ ਤੁਸੀਂ, ਤਾਂ ਕਿ ਜਦੋਂ ਕਾਲਜ ਲੱਗਣਗੇ ਆਪਾਂ ਉਹਨੂੰ ਇਕੱਠਾ ਕਰਕੇ ਉਹਦੀਆਂ ਅਸਾਈਨਮੈਂਟ ਦੇ ਰੂਪ ਦੇ ਵਿੱਚ ਤੁਹਾਡੀ ਅਸੈਸਮੈਂਟ ਵਗੈਰਾ ਜਿਹੜੇ ਲਾਵਾਂਗੇ ਉਹਦੇ ਵਿੱਚ ਧਿਆਨ ਰੱਖਾਂਗੇ ਇਹਨਾਂ ਚੀਜ਼ਾਂ ਦਾ। ਸੋ ਵਿਦਿਆਰਥੀਓ, ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਨ ਲੱਗੇ ਹਾਂ। ਅਗਲੇ ਲੈਕਚਰ ਦੇ ਵਿੱਚ ਅਗਲੇ ਕਵੀ ਬਾਰੇ ਗੱਲ ਕਰਾਂਗੇ।